जो हमरी विद होती मेरे सतगुरा, सा विद तुम हर जान हो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिले आए चुका सब सोग संतापे। सुकहो टल गुरु सेविया, अहनुस सहज दर्शन परसे आए गुरु का। जन्म मरण दुख जाए, हुआ सिफत खसमदी। नूर अरसों कुरसों झटिया, खुद डिठे सच्चे पातशाह। माल जन्म जन्म दी कटिया, सज्जन सच्चा पातशाह। सिर साहांदा साहु, जिस पास बैठिया सोहिया। सबना दा वेसाहु, सज्जन सच्चा पातशाह। सिर साहांदा साहु, जिस पास बैठिया सोहिया। सबना दा वेसाहु। सतनाम वाहिगुरु साहिब जी। जैत सारी महला पंजवा, वार सलोकां नाल। एक ओंकार सतगुर प्रसाद। सलोक आदि पूरन मद पूरन, अंत पूरन परमेश्वर। सिमरंत संत सर्वत्र रमणं, नानक अगनासन जगदीश्वर। आदि पूरन मद पूरन, अंत पूरन परमेश्वर। सिमरंत संत सर्वत्र रमणं, नानक अगनासन जगदीश्वर। पेखन सुनन सुनामनो, मन मह दृढ़िया साच। पूर रहो सर्वत्र में, नानक हर रंगराज। पौड़ी हर एक नरंजन गाइया, सावे अंतर सोई। करुण कारण समर्थ प्रभु, जो करे सो होई। खिन मह थाप ओ थाप दा, तिस बिन नहीं कोई। खंड ब्रह्मांड पाताल दीप, रविया सब लोई। जिसे आप बुझाए सो बुझ सी, निर्मल जान सोई। खंड ब्रह्मांड पाताल दीप, रविया सब लोई। जिसे आप बुझाए सो बुझ सी, निर्मल जान सोई। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। गुरु रूप साध संगत जीओ, जैत श्री दी वार दा पंजवें गुरु नानक देव जी महाराज दा, धन गुरु अर्जन देव जी महाराज दा ये महावाक।
ਜਿਸ ਵਿੱਚ ਨਿਰੋਲ ਈਸ਼ਵਰ ਦੀ ਹੋਂਦ ਦਰਸਾਈ ਗਈ ਹੈ। ਈਸ਼ਵਰ ਦੇ ਰੂਪ ਦਾ ਚਿਤਰਨ ਕੀਤਾ ਗਿਆ ਹੈ। ਉੱਪਰ ਮੰਗਲਾ ਚਰਨ ਹੈ, ਉਹ ਇੱਕ ਹੈ। ਉਸੇ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ। ਉਹੀ ਸਤ ਸਰੂਪ ਹੈ। ਸਾਰਾ ਗਿਆਨ ਉਸੇ ਤੋਂ ਆਉਂਦਾ ਹੈ ਔਰ ਉਹ ਬਖਸ਼ਿਸ਼ ਹੈ, ਰਹਿਮਤ ਹੈ, ਕਰੀਮ ਹੈ, ਰਹੀਮ ਹੈ, ਪ੍ਰਸਾਦ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਸ਼ੁਰੂਆਤ। ਜਦ ਸੰਸਾਰ ਦੀ ਸਾਜਨਾ ਹੋਈ ਤੋ ਸਾਜਨਾ ਦੇ ਨਾਲ ਹੀ ਸੂਰਜ ਬਣਿਆ, ਦਿਨ ਰਾਤ ਬਣੇ। ਚੂੰਕਿ ਇਸ ਤੋਂ ਪਹਿਲੇ ਕੋਈ ਹੈ ਨਹੀਂ ਸੀ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੋਈ ਐਸਾ ਕਹਿ ਨਹੀਂ ਸਕਦਾ ਇਹ ਸ੍ਰਿਸ਼ਟੀ ਕਦੋਂ ਤੋਂ ਬਣੀ, ਕਿਉਂਕਿ ਕੋਈ ਹੈ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਕਿਉਂਕਿ ਜੋਗੀ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ। ਜਾ ਕਰ ਤਾਸੇ ਠੀਕੋ ਸਾਜੇ, ਆਪੇ ਜਾਣੇ ਸੋਈ। ਸ੍ਰਿਸ਼ਟੀ ਦੇ ਜਨਮ ਦੇ ਨਾਲ ਸਮੇਂ ਦਾ ਜਨਮ ਹੋਇਆ, ਸਮੇਂ ਦੇ ਜਨਮ ਦੇ ਨਾਲ ਸ੍ਰਿਸ਼ਟੀ ਦਾ ਜਨਮ ਹੋਇਆ, ਤਾਂ ਪਹਿਲੇ ਤੇ ਕੋਈ ਹੈ ਹੀ ਨਹੀਂ ਸੀ। ਸ੍ਰਿਸ਼ਟੀ ਦੇ ਆਦ ਵਿੱਚ ਅਗਰ ਕੋਈ ਹੈ ਸੀ ਤਾਂ ਉਹੀ ਪੂਰਨ ਜੋ ਵਿਆਪਕ ਹੈ। ਆਦ ਪੂਰਨ ਉਹ ਹੈ ਸੀ। ਆਦ ਦੇ ਵਿੱਚ ਬਸ ਵਾਹਿਦ ਉਹ ਇੱਕੋ ਹੀ ਸੀ। ਉਹ ਵਾਹਿਦ ਸੀ, ਦੂਸਰਾ ਨਹੀਂ ਸੀ। ਇਸ ਵਾਸਤੇ ਉਹ ਆਪ ਹੀ ਜਾਣਦਾ ਹੈ ਕਿ ਜਦੋਂ ਉਸਨੇ ਬਣਾਈ ਸੀ ਹੁਣ ਤੱਕ ਕਿੰਨੇ ਕੁ ਸਾਲ ਹੋ ਗਏ, ਕਿਤਨਾ ਕੁ ਸਮਾਂ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਕੀ ਤੇ ਸਾਰੀਆਂ ਕਿਆਸ ਆਰਾਈਆਂ ਹੋਣਗੀਆਂ, ਅੰਦਾਜ਼ੇ ਹੋਣਗੇ, ਸਹੀ ਗਿਣਤੀ ਮਿਣਤੀ ਨਹੀਂ ਹੈ। ਦੂਸਰਾ ਸਾਡਾ ਆਦ, ਇਹ ਜੋ ਜਨਮ ਦਿਨ ਅਸੀਂ ਲਿਖਾ ਰੱਖਿਆ ਤੇ ਸਮਝਦੇ ਹਾਂ, ਇਹਨੂੰ ਗੁਰਬਾਣੀ ਨੇ ਜਨਮ ਦਿਨ ਨਹੀਂ ਮੰਨਿਆ। ਇਹ ਜਨਮ ਦਿਨ ਨਹੀਂ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ। ਜ਼ਿੰਦਗੀ ਦੀ ਰਾਤ ਦਾ ਪਹਿਰ ਸ਼ੁਰੂ ਹੋਇਆ ਗਰਭ ਤੋਂ। ਜੀਵ ਨੇ ਮਾਤਾ ਦੇ ਗਰਭ ਦੇ ਵਿੱਚ ਕਦੋਂ ਪ੍ਰਵੇਸ਼ ਕੀਤਾ, ਕਿਸ ਸਮੇਂ ਕੀਤਾ, ਇੱਥੇ ਵੀ ਕਹਿ ਦਈਏ ਇਹ ਕੋਈ ਜੋਗੀ ਜੰਗਮ ਜੋਤਸ਼ੀ ਨਹੀਂ ਦੱਸ ਸਕਦਾ, ਕੋਈ ਚੋਟੀ ਦਾ ਸਾਇੰਟਿਸਟ ਵੀ ਨਹੀਂ ਦੱਸ ਸਕਦਾ। ਔਰ ਸਾਇੰਸ ਨੇ ਕਬੂਲ ਕਰ ਲਿਆ ਕਿ ਨਿਸ਼ਚਿਤ ਸਮਾਂ ਬਿਲਕੁਲ ਨਿਸ਼ਚਿਤ ਅਸੀਂ ਨਹੀਂ ਦੱਸ ਸਕਦੇ, ਨਹੀਂ ਬਿਆਨ ਕਰ ਸਕਦੇ। ਦਰਅਸਲ ਗਰਭ ਦੇ ਵਿੱਚ ਪ੍ਰਵੇਸ਼ ਇਹ ਤ੍ਰਿਵੈਣੀ ਦਾ ਸੰਗਮ ਆਉਂਦਾ ਹੈ। ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ, ਉਸ ਜੀਵ ਦੀ ਵਾਸ਼ਨਾ, ਤ੍ਰਿਵੈਣੀ ਦੇ ਸੰਗਮ ਨਾਲ ਇਸ ਜੀਵ ਦਾ ਵਾਸਾ ਗਰਭ ਦੇ ਵਿੱਚ ਆਉਂਦਾ ਹੈ। ਪਰ ਇਹ ਸੰਗਮ ਕਦੋਂ ਹੋਇਆ, ਇਹ ਪ੍ਰਭੂ ਜਾਣੇ, ਇਹ ਈਸ਼ਵਰ ਜਾਣੇ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਤੇ ਉਹਨਾਂ ਦੀ ਸੰਤਾਨ, ਜਿਨ੍ਹਾਂ ਨੂੰ ਅਸੀਂ ਹਿੰਦੂ ਕਹਿੰਦੇ ਹਾਂ, ਇਹਨਾਂ ਨੇ ਇੱਕ ਸੋਹਣੀ ਦਲੀਲ ਦਿੱਤੀ ਹੈ। ਗੰਗਾ ਦਿਖਾਈ ਦੇ ਰਹੀ ਹੈ, ਜਮਨਾ ਦਿਖਾਈ ਦੇ ਰਹੀ ਹੈ ਪ੍ਰਯਾਗਰਾਜ ਦੇ ਵਿੱਚ, ਕਹਿੰਦੇ ਨੇ ਸੁਰਸਤੀ ਗੁਪਤ ਰੂਪ ਵਿੱਚ ਮਿਲਦੀ ਹੈ, ਦਿਖਾਈ ਨਹੀਂ ਦਿੰਦੀ ਹੈ, ਨਹੀਂ ਅੰਦਰੋਂ ਮਿਲਦੀ ਹੈ। ਗੁਸਤਾਖੀ ਮਾਫ। ਪਿਤਾ ਦੀ ਵਾਸ਼ਨਾ ਹੈ, ਦਿਸ ਪੈਂਦਾ ਹੈ ਪਿਤਾ। ਮਾਂ ਦੀ ਵਾਸ਼ਨਾ ਹੈ,
ਦਿਸ ਪੈਂਦੀ ਏ ਮਾਂ ਹੈ, ਪਰ ਜੀਵ ਦੀ ਆਪਣੀ ਵਾਸ਼ਨਾ ਉਹ ਨਹੀਂ ਦਿਖਾਈ ਦਿੰਦੀ। ਹੈ ਤੇ ਤਿੰਨ ਵਾਸ਼ਨਾਵਾਂ ਦਾ ਸੰਗਮ, ਸ਼ਾਇਦ ਗੱਲ ਪਕੜਦੇ ਚਾਹੀਏ। ਹੈ ਤੇ ਤਿੰਨ ਵਾਸ਼ਨਾਵਾਂ ਦਾ ਜੋੜ, ਮਾਂ ਬਾਪ ਤੇ ਜੀਵ। ਦਿਖਾਈ ਦੇ ਜਾਂਦੇ ਨੇ ਮਾਂ ਇਹ ਬਾਪ, ਉਹ ਜੀਵ, ਉਹਦੀ ਵਾਸ਼ਨਾ ਗੁਪਤ ਰੂਪ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਇਤਨੀ ਗੁਪਤ ਰੂਪ ਵਿੱਚ ਪ੍ਰਵੇਸ਼ ਕਰਦੀ ਹੈ, ਗੰਗਾ ਜਮਨਾ ਨੂੰ ਵੀ ਨਹੀਂ ਪਤਾ, ਮਾਂ ਬਾਪ ਨੂੰ ਵੀ ਨਹੀਂ ਪਤਾ। ਮਾਂ ਵੀ ਨਹੀਂ ਦੱਸ ਸਕਦੀ ਨਿਸ਼ਚਿਤ ਸਮਾਂ, ਪਿਤਾ ਵੀ ਨਹੀਂ ਦੱਸ ਸਕਦਾ ਨਿਸ਼ਚਿਤ ਸਮਾਂ। ਇਹ ਗੰਗਾ ਜਮਨਾ ਨਹੀਂ ਦੱਸ ਸਕਦੇ ਇਹ ਗੁਪਤ ਰੂਪ ਵਿੱਚ ਸੁਰਸਤੀ ਕਿਵੇਂ ਮਿਲਦੀ ਹੈ, ਕਦੋਂ ਮਿਲਦੀ ਹੈ। ਤੋ ਸਾਡਾ ਜੋ ਆਦ ਹੈ ਉਹ ਵੀ ਕੋਈ ਸਾਇੰਟਿਸਟ, ਕੋਈ ਜੋਗੀ ਤੇ ਜੰਗਮ ਨਹੀਂ ਜਾਣਦਾ। ਸ੍ਰਿਸ਼ਟੀ ਬਣੀ ਹੈ ਅਸੀਂ ਜਾਣਦੇ ਹਾਂ, ਕਦੋਂ ਬਣੀ ਹੈ ਨਹੀਂ ਜਾਣਦੇ। ਚੋਟੀ ਦਾ ਸਾਇੰਟਿਸਟ ਵੀ ਨਹੀਂ ਜਾਣਦਾ। ਅਸੀਂ ਸੰਸਾਰ ਦੇ ਵਿੱਚ ਆਏ, ਧਰਤੀ ਦੀ ਗਰਭ ਦੇ ਵਿੱਚ ਆਏ, ਖੁਦ ਵੀ ਜਾਣਦੇ ਹਾਂ, ਜਗਤ ਵੀ ਜਾਣਦਾ ਹੈ। ਰੁੱਤ ਥਿਤ ਵਾਰ ਲਿਖਿਆ ਹੋਇਆ ਹੈ, ਇਹ ਮੇਰਾ ਜਨਮ ਦਿਨ। ਜਦ ਧਰਤੀ ਦੀ ਗੋਦ ਦੇ ਚ ਆਏ, ਮਾਂ ਨੂੰ ਵੀ ਪਤਾ ਚੱਲਿਆ, ਪਿਤਾ ਨੂੰ ਵੀ ਪਤਾ ਚੱਲਿਆ, ਜੀਵ ਨੂੰ ਖੁਦ ਵੀ ਪਤਾ ਚੱਲਿਆ ਜਨਮ ਦਿਨ ਹੈ। ਪਰ ਜਦੋਂ ਇਸ ਨੇ ਗਰਭ ਦੇ ਵਿੱਚ ਪ੍ਰਵੇਸ਼ ਕੀਤਾ, ਜ਼ਿੰਦਗੀ ਤੇ ਉਦੋਂ ਸ਼ੁਰੂ ਹੋਈ, ਜੀਵਨ ਤੇ ਉਦੋਂ ਸ਼ੁਰੂ ਹੋਇਆ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ। ਇਹ ਗਰਭ ਦੇ ਚ ਵਾਸਨਾ ਵੀ ਪ੍ਰਭੂ ਨੇ ਇੱਕ ਨਿਯਮ ਬਣਾ ਰੱਖਿਆ, ਵਿਧਾਨ ਬਣਾ ਰੱਖਿਆ। ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ, ਉਹਦੇ ਨਾਲ ਜਦ ਸੁਮੇਲ ਖਾ ਜਾਂਦਾ ਹੈ, ਜੀਵ ਦੀ ਵਾਸ਼ਨਾ ਮੇਲ ਖਾ ਜਾਂਦਾ ਹੈ, तो फिर ਬੱਚੇ ਦਾ ਜਨਮ ਆਉਂਦਾ ਹੈ। ਕੇਵਲ ਮਾਂ ਬਾਪ ਦੀ ਵਾਸ਼ਨਾ ਤੇ ਹੈ, ਔਰ ਉਹ ਵਾਸ਼ਨਾ ਰਿਪੀਟ ਕਰਦੇ ਰਹਿਣ, ਪਰ ਅਜੇ ਕਿਸੇ ਜੀਵ ਦੀ ਵਾਸ਼ਨਾ ਉਹਨਾਂ ਦੇ ਸੰਸਕਾਰ ਨਾਲ ਮੇਲ ਨਹੀਂ ਖਾਂਦੀ, ਨਹੀਂ ਹੋਵੇਗਾ ਜਨਮ। 10-10, 15-15 ਸਾਲ ਕਈ ਜੋੜਿਆਂ ਨੂੰ ਹੋ ਜਾਂਦੇ ਨੇ, ਔਲਾਦ ਨਹੀਂ ਆਉਂਦੀ। ਸਾਇੰਟਿਸਟ ਕਹਿ ਦਿੰਦੇ ਨੇ, ਡਾਕਟਰ ਕਹਿ ਦਿੰਦੇ ਨੇ ਕੋਈ ਨੁਕਸ ਨਹੀਂ ਹੈ। ਧਰਮ ਇਹ ਕਹਿ ਰਿਹਾ ਹੈ ਕਿ ਜੀਵ ਦੀ ਜੋ ਵਾਸ਼ਨਾ ਹੈ ਉਹ ਮਾਂ ਦੀ ਵਾਸ਼ਨਾ ਨਾਲ ਮੇਲ ਨਹੀਂ ਖਾ ਰਹੀ। ਕੋਈ ਮੇਲ ਖਾਏਗੀ, ਇਸ ਤਰ੍ਹਾਂ ਦੀ ਜੀਵ ਆਤਮਾ ਹੋਈ ਤਾਂ ਪ੍ਰਵੇਸ਼ ਕਰ ਜਾਏਗੀ। ਨਿਰੀ ਮਾਂ ਬਾਪ ਦੀ ਵਾਸ਼ਨਾ ਨਾਲ ਵੀ ਬੱਚੇ ਦਾ ਜਨਮ ਨਹੀਂ ਹੋਏਗਾ, ਨਹੀਂ ਹੋਏਗਾ। ਇਹ ਤ੍ਰਿਵੈਣੀ ਦਾ ਸੰਗਮ ਹੈ, ਇਹ ਤਿੰਨ ਧਾਰਾਵਾਂ ਦਾ ਸੰਗਮ ਹੈ। ਆਮ ਜਗਤ ਮੋਟੀ ਅਕਲ ਰੱਖਣ ਵਾਲਾ ਕਹੇਗਾ ਮਾਂ ਬਾਪ ਦਾ ਸੰਗਮ ਹੈ, ਦੋ ਦਾ ਸੰਗਮ ਹੈ। ਨਹੀਂ, ਇਹ ਤਿੰਨ ਵਾਸ਼ਨਾਵਾਂ ਦਾ ਸੰਗਮ। ਜੀਵ ਦੀ ਵੀ ਵਾਸ਼ਨਾ, ਜਿਤਨੇ ਚਿਰ ਤੱਕ ਜੀਵ ਦੀ ਵਾਸ਼ਨਾ ਇਹਨਾਂ ਦੋ ਵਾਸ਼ਨਾ ਦੇ ਚ ਆ ਕੇ ਲੀਨ ਨਹੀਂ ਆਉਂਦੀ, ਔਰ ਇਹ ਗੁਪਤ ਰੂਪ ਵਿੱਚ ਹੋਏਗੀ, ਕੁਛ ਨਹੀਂ ਪਤਾ ਚੱਲਦਾ, ਜਨਮ ਨਹੀਂ ਹੋਏਗਾ। ਜੀਵ ਦੀ ਵਾਸ਼ਨਾ ਮਾਂ ਬਾਪ ਦੀ ਵਾਸ਼ਨਾ ਨਾਲ ਮੇਲ ਖਾ ਗਈ ਹੈ, ਗਰਭ ਦੇ ਚ ਪ੍ਰਵੇਸ਼ ਕਰ ਗਿਆ। ਕਦੋਂ ਕੀਤਾ, ਕਿਸ ਸਮੇਂ ਕੀਤਾ, ਮੈਂ ਫਿਰ ਅਰਜ਼ ਕਰਾਂ, ਅਜੇ ਤੱਕ ਮੈਡੀਕਲ ਸਾਇੰਸ ਨਹੀਂ ਦੱਸ ਸਕੇ। ਮੈਂ ਚੋਟੀ ਦੇ ਸਾਇੰਟਿਸਟ ਉਹਨਾਂ ਨਾਲ ਗੱਲ ਕੀਤੀ, ਕਿਧਰੇ ਮੇਰੇ ਕੋਲ ਗਲਤ ਬਿਆਨੀ ਸੰਗਤ 'ਚ ਨਾ ਹੋ ਜਾਏ, ਕਿਉਂਕਿ ਵਿਚਾਰ ਸਾਰੀ ਦੁਨੀਆ 'ਚ ਜਾਂਦੇ ਨੇ। ਤੋ ਚੋਟੀ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਵੀ ਕਿਹਾ ਨਿਸ਼ਚਿਤ ਸਮਾਂ ਨਹੀਂ ਦੱਸ ਸਕਦੇ।
ਮਨੁੱਖ ਦੇ ਜਨਮ ਦਾ ਨਿਸ਼ਚਿਤ ਸਮਾਂ ਨਹੀਂ ਦੱਸ ਸਕਦੇ ਤੇ ਸੰਸਾਰ ਦਾ ਨਿਸ਼ਚਿਤ ਸਮਾਂ ਤੁਸੀਂ ਦੱਸੋਗੇ? ਕਿਵੇਂ ਦੱਸੋਗੇ? ਸਮਾਂ ਹੀ ਨਹੀਂ ਸੀ। ਜੀਵ ਗਰਭ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਸਮਾਂ ਤੇ ਹੈ ਸੀ, ਦਿਨ ਰਾਤ ਤੇ ਹੈ ਸੀ, ਵਕਤ ਤੇ ਹੈ ਸੀ। ਪਰ ਜਦ ਸ੍ਰਿਸ਼ਟੀ ਸਾਜੀ ਉਸ ਪ੍ਰਭੂ ਨੇ, ਉਦੋਂ ਤੇ ਸਮਾਂ ਵੀ ਨਹੀਂ ਸੀ, ਦਿਨ ਰਾਤ ਵੀ ਨਹੀਂ ਸਨ। ਨਾ ਦਿਨ ਰਹਿ ਨਾ ਚੰਦ ਨਾ ਸੂਰਜ, ਸੋਨੇ ਸੁਨ ਸਾਂ ਰਹਾ ਹੈ। ਸੂਰਜ ਨੂੰ ਜਨਮ ਦਿੱਤਾ, ਇਸ ਤਰ੍ਹਾਂ ਸ੍ਰਿਸ਼ਟੀ ਦੀ ਸਾਜਨਾ ਹੋਈ। ਸ੍ਰਿਸ਼ਟੀ ਦੀ ਸਾਜਨਾ ਦੇ ਨਾਲ ਸਮੇਂ ਦੀ ਸਾਜਨਾ ਹੋਈ, ਸਮੇਂ ਦੀ ਸਾਜਨਾ ਦੇ ਨਾਲ ਸ੍ਰਿਸ਼ਟੀ ਦੀ ਸਾਜਨਾ ਹੋਈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਥਿਤ ਵਾਰ ਨਾ ਜੋਗੀ ਜਾਣੇ। ਥਿਤ ਨਹੀਂ ਸੀ, ਅਜੇ ਰੁੱਤ ਨਹੀਂ ਸੀ, ਦਿਨ ਨਹੀਂ ਸੀ, ਰਾਤ ਨਹੀਂ ਸੀ, ਤੋ ਕੀ ਦੱਸੇਗਾ ਕਦੋਂ ਸੰਸਾਰ ਬਣਿਆ, ਕਦੋਂ ਬਣਿਆ? ਕਿਆਸ ਆਰਾਈਆਂ ਨੇ, ਅੰਦਾਜ਼ੇ ਨੇ। ਜੈਸੇ ਜੀਵ ਦੇ ਗਰਭ ਦੇ ਵੀ ਅੰਦਾਜ਼ੇ ਨੇ। ਸੰਸਾਰ ਬਣ ਗਿਆ, ਜੈਸੇ ਜੈਸੇ ਜੀਵ ਸਿਆਣਾ ਹੋਇਆ, ਮਨੁੱਖ ਸਿਆਣਾ ਹੋਇਆ, ਅੰਦਾਜ਼ਾ ਲਾ ਕੇ ਦੱਸਣ ਲੱਗਿਆ ਗਾਲਬਨ ਇੰਨੇ ਲੱਖ ਸਾਲ ਹੋ ਗਏ ਨੇ ਸੰਸਾਰ ਨੂੰ ਬਣਿਆ। ਹਾਲਾਂਕਿ ਗੁਸਤਾਖੀ ਮਾਫ, ਬਾਈਬਲ ਤੇ ਸਿਰਫ 4000 ਸਾਲ ਦੱਸਦੀ ਹੈ। 2000 ਸਾਲ ਹੋ ਗਏ ਹਜ਼ਰਤ ਈਸਾ ਨੂੰ, ਇਹ ਵੀ ਨਾਲ ਐਡ ਕਰ ਲਈਏ ਤਾਂ ਉਹ ਕਹਿੰਦੇ ਨੇ 6000 ਸਾਲ ਹੋਏ ਨੇ ਸੰਸਾਰ ਨੂੰ ਬਣੇ। ਬਾਈਬਲ ਤੇ ਇਹ ਕਹਿੰਦੀ ਹੈ, ਈਸਾਈ ਤੇ ਇਹ ਕਹਿੰਦੇ ਨੇ। ਲੱਖਾਂ ਕਰੋੜਾਂ ਸਾਲਾਂ ਦੇ ਸਬੂਤ ਮੌਜੂਦ ਨੇ। ਅਮੀਰ ਮੁਲਕਾਂ ਵਿੱਚ ਅਗਰ ਕ੍ਰਿਸਚਨ ਨੌਜਵਾਨ, ਈਸਾਈ ਨੌਜਵਾਨ ਈਸਾਈ ਧਰਮ ਤੋਂ ਬਾਗੀ ਹੋਏ ਨੇ, ਹਿੰਦੂ ਜੋਗੀਆਂ ਦੇ ਪਿੱਛੇ ਘੁੰਮ ਰਹੇ ਨੇ, ਜਾਂ ਉਹ ਭਾਰਤ ਦੇ ਵੱਖ-ਵੱਖ ਧਰਮਾਂ ਨੂੰ ਕਬੂਲ ਕਰ ਰਹੇ ਨੇ ਜਾਂ ਸਿੰਘ ਵੀ ਬਣ ਰਹੇ ਨੇ, ਉਹ ਇਸ ਵਾਸਤੇ 40% ਦੀ ਗੱਲਾਂ ਸਾਇੰਸ, ਬਾਈਬਲ ਦੀਆਂ ਸਾਇੰਸ ਤੇ ਪੂਰੀਆਂ ਨਹੀਂ ਉਤਰਦੀਆਂ, ਨਹੀਂ ਉਤਰਦੀਆਂ। ਤੇ ਸਾਇੰਸ ਦਾ ਯੁੱਗ ਹੈ, ਐਸੇ ਨੌਜਵਾਨਾਂ ਨੂੰ ਚੋਟ ਲੱਗਦੀ ਹੈ। ਅਤ ਕਥਨੀ ਨਹੀਂ ਕਰ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਇੱਕ ਬੋਲ ਵੀ ਐਸਾ ਨਹੀਂ ਜੋ ਗਿਆਨ, ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰਾ ਨਾ ਉਤਰੇ। ਇਹ ਸਮੇਂ ਦੀ ਕਸੌਟੀ ਤੇ ਵੀ ਬੋਲ ਪੂਰੇ ਉਤਰਦੇ ਨੇ, ਵਿਗਿਆਨ ਦੀ ਕਸੌਟੀ ਤੇ ਵੀ ਪੂਰੇ ਉਤਰਦੇ ਨੇ, ਸੱਚ ਦੀ ਕਸੌਟੀ ਤੇ ਪੂਰੇ ਉਤਰਦੇ ਨੇ। ਇੱਕ ਵੀ ਗੱਲ ਮਿੱਥ ਨਹੀਂ ਕਹੀ, ਮਿੱਥਿਆ ਨਹੀਂ ਆਖੀ। ਚਲੋ ਸਹੀ ਹੈ ਕਿ ਗੁਰੂ ਨਾਨਕ ਕੋਲ ਪੁੱਛ ਲਈਏ, ਮਹਾਰਾਜ ਤੁਸੀਂ ਦੱਸੋ ਇਹ ਜਗਤ ਕਿਵੇਂ ਬਣਿਆ, ਕਦੋਂ ਬਣਿਆ? ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ। ਬਸ ਪਰਮਾਤਮਾ ਹੀ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਗੱਲ ਮੁਕਾਈ ਹੈ ਇਸ ਤਰ੍ਹਾਂ ਗੁਰੂ ਨਾਨਕ ਨੇ, ਪਰਮਾਤਮਾ ਜਾਣਦਾ। ਹੁਣ ਮੈਂ ਫਿਰ ਅਰਜ਼ ਕਰਾਂ, ਜੀਵ ਆਤਮਾ ਦਾ ਗਰਭ ਦੇ ਵਿੱਚ ਪ੍ਰਵੇਸ਼ ਹੋਇਆ, ਕਦੋਂ ਹੋਇਆ? ਪਰਮਾਤਮਾ ਜਾਣਦਾ, ਪਰਮਾਤਮਾ ਜਾਣਦਾ। ਹੁਣ ਮਰਨਾ ਵੀ ਹੋਵੇਗਾ, ਕਦੋਂ ਹੋਵੇਗਾ? ਕੋਈ ਨਿਸ਼ਚਿਤ ਸਮਾਂ ਡਾਕਟਰ ਨਹੀਂ ਦੱਸ ਸਕਦਾ। ਤੂੰ ਫਲਾਣੇ ਦਿਨ ਮਰੇਗਾ, ਦੱਸ ਸਕਦਾ ਕੋਈ ਨਿਸ਼ਚਿਤ ਸਮਾਂ? ਪਰਲੇ ਤੇ ਹੋਵੇਗੀ ਸੰਸਾਰ ਦੀ, ਕਯਾਮਤ ਤੇ ਹੋਵੇਗੀ, ਕਦੋਂ ਹੋਵੇਗੀ? ਕੌਣ ਦੱਸੇ, ਕਿਸ ਤਰ੍ਹਾਂ ਦੱਸੇਗਾ? ਮਰਨਾ ਤੇ ਸਾਡਾ ਹੋਵੇਗਾ, ਮੌਤ ਤੇ ਹੈ, ਨਿਸ਼ਚਿਤ ਹੈ। ਕਦੋਂ ਹੋਵੇਗੀ? ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਨਿਸ਼ਚਿਤ ਨਹੀਂ ਹੈ तो मनुख निश्चिंत हो जाता है मरने तो। जब निश्चित ही नहीं है तो छो, पता नहीं होना भी है कि नहीं। फिर मनुख नूं समझाना पैंदा है परमात्मा की तरफों निश्चित है
पर परमात्मा दे निश्चा मनुख नहीं समझ सकता। बस इन्नी ही गल है, मनुख की पहुँच नहीं। प्रभु की तरफ निश्चित है, मरेगा तो लाजमी मरेगा। कदों मरेगा जिसने निश्चित किया है वो ही जानता है। रुतमा थित समा वो ही जानता है। जद मनुख बारे ही सही नहीं दस सकते कदों इसने गर्भ विच प्रवेश किया, भाव कदों इसका जन्म होया, कदों मरना होवेगा, संसार बारे की मनुख साइंस आख दसेगी, की दसेगी, किस तरह दसेगी। सब क्यास आराइयां ने, सब अंदाजे ने, ये हुण बहुती बारीकी च ना जाइए। इस आद शब्द तो मैं थोड़ी जी इतनी गल आप जी दे सामने रखी है। सृष्टि दे आद दे हुण आद दे सम्मत भी लिख सकते सन, दिन भी लिख सकते सन, वार रुत थित लिख सकते सन, नहीं लिखिया। क्यों? ना रुत सी, ना थित सी, ना दिन सी, ना रात सी, ना समा सी। उदों संसार की साजना हुई। साजना दे नाल समय की साजना भी हो गई, साजना दे नाल दिन रात की साजना भी हो गई, साजना दे नाल दिन महीने रुतां की साजना भी हो गई, इक्को दफा हो गई। ये सब कुछ इक्को दफा। सृष्टि की साजना तो पहले अगर दिन है तो सृष्टि तो बनी हुई है। जो सूरज है, सृष्टि की साजना तो पहले अगर दिन रात है, रुतबा है, तो सृष्टि तो फिर मौजूद है। नहीं, सृष्टि की साजना दे नाल दिन की साजना हुई, समय की साजना हुई, इकट्ठी हुई, इकट्ठी हुई। इस वास्ते महाराज कहते हैं थित वार ना जोगी जाने, रुतबा ना कोई जा करता सृष्टि को साजे। आपे जाने, वो आप ही जानना, उन्होंने पता है। आद पूरन सृष्टि दे आद विच अगर कोई सी तो वह पूरन सी। ये अधूरे साइंटिस्ट नहीं सन, ये अधूरे मनुख नहीं सन, ये अधूरे ज्ञानी नहीं सन, ये अधूरी सूझबूझ रखने वाले नहीं सन, केवल वो पूरन सी। इस वास्ते महाराज कहते ने ओही जानदा है। ज्ञान दा सागर, 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 ज्ञान दा सागर। करहो प्रभाते, उठ स्नान करहो प्रभाते, सोए हर आराधे, सोए हर आराधे, बिखड़े दाओ लंघावे मेरा सतगुर।